हाँ जी प्यारे विद्यार्थियों दोस्तों, अज असी जमात 9वीं का समाजिक विज्ञान का पेपर सॉल्व करांगे जो कि 18 सितंबर 2021 ਨੂੰ ਹੋਇਆ ਹੈ। ਤੇ ਇਸ ਦੇ ਵਿੱਚ ਤੁਸੀਂ ਆਪਣੇ ਸਹੀ ਆਨਸਰ ਵੀ ਪਤਾ ਕਰ ਸਕਦੇ ਹੋ ਤੇ ਨਾਲ ਆਪਣੇ ਨੰਬਰਾਂ ਦਾ ਅੰਦਾਜ਼ਾ ਲਾ ਸਕਦੇ ਹੋ, ਸੈਲਫ ਇਵੈਲੂਏਸ਼ਨ ਕਰ ਸਕਦੇ ਹੋ ਤੇ ਨਾਲ ਅਗਲੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਵੀ ਕਰ ਸਕਦੇ ਹੋ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤਾਂ ਕਿ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਇਸ ਦਾ ਤੁਹਾਨੂੰ ਕੋਈ ਫਾਇਦਾ ਹੋ ਸਕੇ। ਤਾਂ ਆਓ ਸ਼ੁਰੂ ਕਰਦੇ ਹਾਂ ਅਸੀਂ ਪੇਪਰ। ਸਭ ਤੋਂ ਪਹਿਲਾ ਪ੍ਰਸ਼ਨ, ਭਾਰਤ ਦਾ ਦੱਖਣ ਵਿੱਚ ਅੰਤਮ ਬਿੰਦੂ ਕਿਹੜਾ ਹੈ? ਤਾਂ ਦੱਖਣ ਦੇ ਵਿੱਚ ਜਿਹੜਾ ਹੈਗਾ ਉਹ ਹੈ ਇੰਦਰਾ ਪੁਆਇੰਟ। ਇਹ ਇਹਦਾ ਸਹੀ ਆਨਸਰ ਹੈ। ਨੰਬਰ 2, ਛਾਇਆਦਾਰ ਖੇਤਰ ਵਿੱਚ ਦਰਸਾਏ ਰਾਜਾਂ ਦੇ ਨਾਂ ਦੱਸੋ। ਆ ਸਾਡੇ ਕੋਲੇ ਗੁਜਰਾਤ ਹੈ ਔਰ ਇਹ ਬੰਗਲਾਦੇਸ਼ ਨਾਲ ਲੱਗਣ ਵਾਲਾ ਪੱਛਮੀ ਬੰਗਾਲ ਹੈ। ਤਾਂ ਸਾਡੇ ਕੋਲੇ ਹੋ ਗਿਆ ਗੁਜਰਾਤ ਤੇ ਪੱਛਮੀ ਬੰਗਾਲ। ਆ ਜਿਹੜੀ ਆਪਸ਼ਨ ਪਈ ਹੈ ਗੁਜਰਾਤ ਅਤੇ ਪੱਛਮੀ ਬੰਗਾਲ। ਉਸ ਤੋਂ ਬਾਅਦ ਤੀਸਰਾ ਜਿਹੜਾ ਪ੍ਰਸ਼ਨ ਹੈ ਸਾਡੇ ਕੋਲ, ਭਾਰਤ ਦੇ ਪੱਛਮ ਵੱਲ ਕਿਹੜੀ ਪਰਬਤੀ ਲੜੀ ਹੈ? ਪੱਛਮ ਵੱਲ ਸਾਡੇ ਕੋਲੇ ਅਰਾਵਲੀ ਪਰਬਤ ਲੜੀ ਹੈ ਤੇ ਹਿਮਾਲਿਆ ਉੱਤਰ ਦੇ ਵਿੱਚ ਹੈ, ਇਹ ਮੱਧ ਦੇ ਵਿੱਚ ਹੈ, ਇਹ ਵੀ ਮੱਧ ਦੇ ਵਿੱਚ ਹੈ। ਇਹ ਜਿਹੜੀ ਹੈਗੀ ਹੈ ਪੱਛਮ ਵਾਲੇ ਪਾਸੇ ਹੈਗੀ, ਰਾਜਸਥਾਨ ਦੇ ਵਿੱਚ ਅਰਾਵਲੀ ਪਰਬਤ ਸ਼੍ਰੇਣੀ ਹੈ। ਇਹ ਪਰਬਤ ਨੇ ਜਿਹੜੇ ਇਹ ज़्यादा ਉੱਚੇ नहीं है, इस करके राजस्थान ਦੇ ਵਿੱਚ ਵਰਖਾ नहीं ਹੁੰਦੀ। ਜਿਹੜੀਆਂ ਮੌਨਸੂਨੀ ਪੌਣਾ ਹੁੰਦੀਆਂ ਨੇ ਉਹ ਇਹਨਾਂ ਦੇ ਉੱਤੋਂ ਦੀ ਲੰਘ ਜਾਂਦੀਆਂ ਨੇ। ਫਿਰ ਹੈਗਾ ਪ੍ਰਸ਼ਨ ਨੰਬਰ 4, ਥਾਰ ਮਾਰੂਥਲ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? ਥਾਰ ਮਾਰੂਥਲ ਰਾਜਸਥਾਨ ਦੇ ਵਿੱਚ, ਰਾਜਸਥਾਨ ਦੀ ਜਿਹੜੀ ਭੂਮੀ ਹੈ ਉਹ ਰੇਤਲੀ ਹੈ, ਮਾਰੂਥਲੀ ਹੈ। ਨੰਬਰ 5, ਇਹ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ। ਇੱਥੇ ਨਦੀਆਂ ਕੰਕਰ ਪੱਥਰ ਜਮ੍ਹਾਂ ਕਰ ਦਿੰਦੀਆਂ ਹਨ। ਇਹ ਕਿਹੜੇ ਮੈਦਾਨ ਨੇ? ਇਹ ਖਾਡਰ ਮੈਦਾਨ ਨੇ। ਆ ਇਸ ਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਪ੍ਰਸ਼ਨ ਨੰਬਰ 6, ਇਹਨਾਂ ਵਿੱਚੋਂ ਕਿਹੜਾ ਰਾਜ ਉੱਤਰ ਦੇ ਵਿਸ਼ਾਲ ਮੈਦਾਨਾਂ ਵਿੱਚ ਹੈ? ਉੱਤਰ ਦੇ ਵਿਸ਼ਾਲ ਮੈਦਾਨਾਂ ਦੇ ਵਿੱਚ ਬਿਹਾਰ ਹੈ, ਕਿਉਂਕਿ ਉੱਤਰ ਦੇ ਵਿਸ਼ਾਲ ਮੈਦਾਨਾਂ ਦੇ ਵਿੱਚ ਪੰਜਾਬ ਆ ਗਿਆ, ਹਰਿਆਣਾ ਆ ਗਿਆ, ਬਿਹਾਰ ਆ ਗਿਆ। ਇਹ ਇਸ ਪਾਸੇ ਆ ਗਏ ਜਿਹੜੇ ਰਾਜ, ਯੂਪੀ ਆ ਗਿਆ, ਉੱਤਰ ਪ੍ਰਦੇਸ਼। ਤਾਂ ਉੱਤਰ ਦੇ ਵਿੱਚ ਉੱਤਰ ਦੇ ਮੈਦਾਨ ਨੇ ਜਿਹੜੇ ਉਹਨਾਂ ਵਿੱਚ ਬਿਹਾਰ ਹੈ। ਜਿਹੜੇ ਇਹ ਰਾਜ ਨੇ ਕਰਨਾਟਕ, ਕੇਰਲਾ ਅਤੇ ਗੋਆ, ਇਹ ਦੱਖਣੀ ਭਾਰਤ ਦੇ ਰਾਜ ਨੇ। ਉਸ ਤੋਂ ਬਾਅਦ ਹੇਠਾਂ ਦਿੱਤੇ ਬਾਰ ਗ੍ਰਾਫ ਦਾ ਪ੍ਰੀਖਣ ਕਰੋ ਜਿਸ ਵਿੱਚ ਹਿਮਾਲਿਆ ਦੀਆਂ 4 ਪਰਬਤ ਚੋਟੀਆਂ ਦੀ ਉਚਾਈ ਮੀਟਰਾਂ ਵਿੱਚ ਦਿਖਾਈ ਗਈ ਹੈ ਤੇ ਹੇਠਾਂ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। ਆ ਸਾਡੇ ਕੋਲੇ ਮਾਊਂਟ ਐਵਰੈਸਟ, K2, ਕੰਚਨਜੰਗਾ ਔਰ ਮਕਾਲੋ, ਇਹ ਜਿਹੜੀਆਂ ਪਰਬਤ ਸ਼੍ਰੇਣੀਆਂ ਨੇ, ਪਰਬਤ ਚੋਟੀਆਂ ਨੇ, ਸ਼੍ਰੇਣੀਆਂ ਨਹੀਂ, ਪੀਕਸ ਨੇ, ਚੋਟੀਆਂ ਨੇ। ਤੇ ਇਹਨਾਂ ਦੀ ਲੰਬਾਈ ਵੀ ਜਿਹੜੀ ਮੀਟਰਾਂ ਦੇ ਵਿੱਚ ਦਿਖਾਈ ਗਈ ਹੈ। ਆ ਇੱਥੇ 8800 ਤੋਂ ਵੀ ਉੱਪਰ ਹੈ। ਆ ਜਿਹੜੀ ਹੈਗੀ ਹੈ 8600 ਤੋਂ ਉੱਪਰ ਹੈ। ਆ ਚੋਟੀ ਹੈਗੀ ਹੈ ਜਿਹੜੀ, ਇਹ ਵੀ ਇਹਦੇ ਨਾਲ ਦੀ ਹੈ ਔਰ ਇਹ ਜੋ ਹੈ ਇਹ 8400 ਤੋਂ ਵੱਧ ਹੈ, 8500 ਮੀਟਰ ਤੋਂ ਘੱਟ ਹੈ। ਤਾਂ ਇਹਨਾਂ ਦੇ ਇਹ ਦੇਖ ਕੇ ਅਸੀਂ ਅੰਦਾਜ਼ਾ ਜਿਹੜਾ ਲਾਣਾ ਹੈ। ਉਸ ਤੋਂ ਬਾਅਦ ਪ੍ਰਸ਼ਨ ਦਾ ਅਸੀਂ ਆਨਸਰ ਦਿੰਦੇ ਹਾਂ। ਪ੍ਰਸ਼ਨ ਸਾਡੇ ਕੋਲ ਹੈ ਆਹ ਵਾਲਾ, ਮਾਊਂਟ ਐਵਰੈਸਟ ਪਰਬਤ ਚੋਟੀ ਦੀ ਉਚਾਈ ਕਿੰਨੀ ਹੈ? ਇਹ ਅਸੀਂ ਵੈਸੇ ਵੀ ਜਾਣਦੇ ਹਾਂ, ਮੈਮਰੀ ਬੇਸਡ ਕੁਐਸਚਨ ਹੈ ਤੇ ਉੱਥੇ ਵੀ ਅਸੀਂ ਦੇਖ ਕੇ ਆਏ ਹਾਂ ਕਿ 8800 ਤੋਂ ਉੱਪਰ ਕਿਹੜੀ ਚੋਟੀ ਸੀ? ਤਾਂ ਮਾਊਂਟ ਐਵਰੈਸਟ ਹੀ ਸੀ। ਤਾਂ ਉਹਦੀ ਜਿਹੜੀ ਉਚਾਈ ਹੈ ਉਹ ਹੈ 8848 ਮੀਟਰ। ਉਸ ਤੋਂ ਬਾਅਦ ਦਿੱਤੇ ਭਾਰਤ ਦੇ ਨਕਸ਼ੇ ਵਿੱਚ ਕਿਹੜੀ ਪਰਬਤ ਲੜੀ ਦਿਖਾਈ ਗਈ ਹੈ? ਆਹ ਜਿਹੜੀ ਪਰਬਤ ਲੜੀ ਅਸੀਂ ਦੇਖ ਰਹੇ ਹਾਂ, ਆਹ ਇਹਦੇ ਵਿੱਚ ਆਹ ਪਰਬਤ ਲੜੀ ਹੈ ਜਿਹੜੀ, ਇਹ ਕਿਹੜੀ ਹੈ? ਇਹ ਸਾਡੇ ਕੋਲੇ ਵਿੰਧਿਆਚਲ ਪਰਬਤ ਸ਼੍ਰੇਣੀ ਹੈ। ਇੱਥੇ ਅਸੀਂ ਇਸ ਨੂੰ ਵਿੰਧਿਆਚਲ ਪਰਬਤ ਸ਼੍ਰੇਣੀ ਕਹਿੰਦੇ ਹਾਂ। ਉਸ ਤੋਂ ਬਾਅਦ ਜੇਕਰ ਕੋਈ ਆਦਮੀ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਮੈਦਾਨਾਂ ਦੀ ਲੰਬਾਈ ਤੁਰ ਕੇ ਤੈਅ ਕਰਦਾ ਹੈ ਤੇ ਫਿਰ ਵਾਪਸ ਆਉਂਦਾ ਹੈ, ਉਸ ਦੀ ਕਿੰਨੀ, ਉਸ ਦੁਆਰਾ
ਕੁੱਲ ਦੂਰੀ ਕਿੰਨੀ ਤੈਅ ਕੀਤੀ ਜਾਵੇਗੀ? ਤਾਂ ਇਹ ਹੈਗੇ ਨੇ 2400 ਕਿਲੋਮੀਟਰ ਦੂਰ ਲੰਬਾਈ ਇਹਨਾਂ ਮੈਦਾਨਾਂ ਦੀ। ਤਾਂ 2400 ਕਿਲੋਮੀਟਰ ਗਿਆ ਕੋਈ ਵਿਅਕਤੀ, 2400 ਕਿਲੋਮੀਟਰ ਵਾਪਸ ਆਇਆ, ਤਾਂ ਉਹ ਕਿੰਨੀ ਹੋ ਗਈ? 4800 ਕਿਲੋਮੀਟਰ। ਆ ਇਹਦਾ ਸਹੀ ਆਨਸਰ ਹੋ ਗਿਆ। ਫਿਰ ਹੈਗਾ ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ? ਭਾਰਤ ਦੀ ਸਭ ਤੋਂ ਵੱਡੀ ਨਦੀ ਉੱਤਰੀ ਭਾਰਤ ਦੀ ਜਿਹੜੀ ਹੈਗੀ ਸੀ ਉਹ ਗੰਗਾ ਨਦੀ ਸੀ, ਪਰ ਇਸ ਦੇ ਵਿੱਚ ਗੰਗਾ ਨਦੀ ਨਹੀਂ ਹੈ। ਤਾਂ ਇਹ ਜਿਹੜੀ ਹੈਗੀ ਹੈ ਗੋਦਾਵਰੀ ਨਦੀ ਹੈ, ਭਾਰਤ ਦੀ ਸਭ ਤੋਂ ਵੱਡੀ ਨਦੀ ਹੈ। ਬ੍ਰਹਮਪੁੱਤਰ ਵੀ ਲੰਬੀ ਨਦੀ ਹੈ, ਪਰੰਤੂ ਇਹਦਾ ਜਿਹੜਾ ਬਹੁਤ ਘੱਟ ਪਾਰਟ ਹੈ ਜਿਹੜਾ ਉਹ ਭਾਰਤ ਦੇ ਵਿੱਚ ਹੈ। ਜ਼ਿਆਦਾਤਰ ਇਹ ਬਾਹਰਲੇ ਸਾਈਡ ਹੈ, ਯਾਨੀ ਕਿ ਭਾਰਤ ਤੋਂ ਬਾਹਰ ਹੈ। ਭਾਰਤ ਦੇ ਵਿੱਚ ਇਹ ਸ਼ਾਮਲ ਹੈ, ਉਹ ਜਿਹੜਾ ਇਹਦਾ ਭਾਗ ਉਹ ਘੱਟ ਹੈ। ਤਾਂ ਗੋਦਾਵਰੀ ਨਦੀ ਹੈਗੀ ਹੈ ਸੈਕਿੰਡ 'ਤੇ ਭਾਰਤ ਦੀ ਇਹਨਾਂ ਵਿੱਚੋਂ ਲੰਬੀ ਨਦੀ ਹੈ। ਫਿਰ ਹੈਗੇ ਸਾਡੇ ਕੋਲ ਕੁਐਸਚਨ 11 ਨੰਬਰ, ਪੈਪਸੂ ਦਾ ਪੂਰਾ ਨਾਮ? ਪੈਪਸੂ ਦਾ ਪੂਰਾ ਨਾਮ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਹੈ। ਫਿਰ 12 ਨੰਬਰ, ਜੇ ਇੱਕ ਪੈਨ ਦੀ ਕੀਮਤ 5 ਰੁਪਏ ਹੈ ਤਾਂ ਉਸ ਦੀ ਮੰਗ 10 ਹੈ। ਜਦ ਉਸ ਪੈਨ ਦੀ ਕੀਮਤ ਵੱਧ ਕੇ 8 ਰੁਪਏ ਹੋ ਜਾਂਦੀ ਹੈ, 5 ਤੋਂ 8 ਰੁਪਏ, ਤਾਂ ਉਸ ਦੀ ਮੰਗ 7 ਰਹਿ ਜਾਂਦੀ ਹੈ। ਦੱਸੋ ਇਹ ਬਦਲਾਵ ਕਿਸ ਤਰ੍ਹਾਂ? ਯਾਨੀ ਕਿ ਜਦੋਂ ਕੀਮਤ ਵੱਧ ਗਈ ਤਾਂ ਮੰਗ ਘਟ ਗਈ। ਤਾਂ ਅਸੀਂ ਕਹਾਂਗੇ ਕਿ ਵਸਤੂ ਦੀ ਕੀਮਤ ਵਧਣ 'ਤੇ ਮੰਗ ਘਟਦੀ ਹੈ। ਤਾਂ ਵਸਤੂ ਦੀ ਕੀਮਤ ਵਧਣ 'ਤੇ ਮੰਗ ਘਟਦੀ ਹੈ, ਪਹਿਲਾ ਹੀ ਆਨਸਰ ਇਹਦਾ ਸਹੀ ਹੈ। ਫਿਰ ਉਸ ਤੋਂ ਬਾਅਦ 13 ਨੰਬਰ ਪ੍ਰਸ਼ਨ ਸਾਡੇ ਕੋਲ ਹੈ, ਮਨਪ੍ਰੀਤ ਦੇ ਪਿਤਾ ਜੀ ਨੇ ਇੱਕ ਗੈਰ ਸਰਕਾਰੀ ਸੰਸਥਾ ਖੋਜੀ ਹੋਈ ਹੈ ਜਿਸ ਦੇ ਦੁਆਰਾ ਗਰੀਬ ਬੱਚਿਆਂ ਨੂੰ ਮੁਫਤ ਕੱਪੜੇ ਸਿੱਖਿਆ ਮੁਹੱਈਆ ਕਰਵਾਉਂਦੇ ਹਨ। ਉਹ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ? ਤਾਂ ਉਹ ਅਣ ਆਰਥਿਕ ਕਿਰਿਆ ਹੈ, ਜਿਸ ਦੇ ਵਿੱਚ ਪੈਸੇ ਟਕੇ ਦੀ ਕੋਈ ਗੱਲ ਨਾ ਹੋਵੇ, ਆਮਦਨ ਤਨਖਾਹ ਦੀ ਕੋਈ ਗੱਲ ਨਾ ਹੋਵੇ, ਤਾਂ ਉਹ ਅਣ ਆਰਥਿਕ ਹੁੰਦਾ ਹੈ। ਫਿਰ 14 ਨੰਬਰ ਪ੍ਰਸ਼ਨ ਸਾਡੇ ਕੋਲ ਹੈ, ਮੋਹਨ ਇੱਕ ਹੋਟਲ ਵਿੱਚ ਕੁੱਕ ਹੈ। ਰਾਤ ਨੂੰ ਘਰ ਆ ਕੇ ਉਹ ਆਪਣੇ ਪਰਿਵਾਰ ਲਈ ਖਾਣਾ ਬਣਾਉਂਦਾ ਹੈ। ਘਰ ਵਿੱਚ ਖਾਣਾ ਬਣਾਉਣ ਦੀ ਉਸਦੀ ਕਿਹੜੀ ਪ੍ਰਕਿਰਿਆ ਹੈ? ਤਾਂ ਉਸਦੀ ਗੈਰ ਆਰਥਿਕ ਜਾਂ ਅਣ ਆਰਥਿਕ ਕਿਰਿਆ ਹੈ, ਕਿਉਂਕਿ ਜੇ ਉਹ ਕੁੱਕ ਹੈ ਤਾਂ ਉਹ ਹੋਟਲ ਦੇ ਵਿੱਚ ਹੈ। ਹੋਟਲ ਦੇ ਵਿੱਚ ਉਸਦੀ ਕਿਰਿਆ ਆਰਥਿਕ ਹੈ, ਪਰੰਤੂ ਘਰੇ ਆ ਕੇ ਗੈਰ ਆਰਥਿਕ ਹੈ। ਇੱਥੇ ਉਹ ਜਿਹੜੇ ਪੈਸੇ ਨਹੀਂ ਲੈਂਦਾ ਖਾਣਾ ਬਣਾਉਣ ਦੇ, ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਤਾਂ ਉਹ ਗੈਰ ਆਰਥਿਕ ਕਿਰਿਆ ਹੋ ਗਈ। ਫਿਰ ਹੈ 15 ਨੰਬਰ, ਸਿਮਰਨ ਨੇ ਆਪਣੀ ਬੱਚਤ ਪੂੰਜੀ ਨਾਲ ਪਿੰਡ ਵਿੱਚ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਦੱਸੋ ਇਹ ਕਿਸ ਪ੍ਰਕਾਰ ਦੀ ਆਰਥਿਕ ਕਿਰਿਆ ਦੇ ਕਿਸ ਪ੍ਰਕਾਰ ਦਾ ਖੇਤਰ ਹੈ? ਮੁਰਗੀ ਪਾਲਣ ਦਾ ਜਿਹੜਾ ਧੰਦਾ ਹੈ ਉਹ ਸਾਡੇ ਕੋਲੇ ਕਿਸ ਤਰ੍ਹਾਂ ਦਾ ਜਿਹੜਾ ਧੰਦਾ ਹੈ? ਤਾਂ ਉਹ ਸਾਡੇ ਕੋਲੇ ਗੌਣ ਖੇਤਰ ਦਾ ਧੰਦਾ ਹੈ। ਫਿਰ ਹੈਗਾ 16 ਨੰਬਰ, ਸੇਵਾਵਾਂ ਜਿਵੇਂ ਕਿ ਆਵਾਜਾਈ, ਸੰਚਾਰ, ਬੈਂਕਿੰਗ, ਬੀਮਾ ਆਦਿ ਕਿਸ ਪ੍ਰਕਾਰ ਦੀਆਂ ਆਰਥਿਕ ਕਿਰਿਆ ਦੇ ਖੇਤਰ ਹਨ? ਇਹ ਸਾਡੇ ਸੇਵਾ ਖੇਤਰ ਹਨ, ਜਿਸ ਦੇ ਵਿੱਚ ਅਸੀਂ ਸਰਵਿਸ ਕਰਦੇ ਹਾਂ ਕੋਈ ਵਿਅਕਤੀ, ਤਾਂ ਇਹ ਸੇਵਾ ਖੇਤਰ ਨੇ। 17 ਨੰਬਰ, ਗੁਰਪ੍ਰੀਤ ਦੇ ਪਿਤਾ ਜੀ ਆਈਸਕ੍ਰੀਮ ਦੇ ਫੈਕਟਰੀ ਵਿੱਚ ਕੰਮ ਕਰਦੇ ਹਨ ਜੋ ਸਰਦੀਆਂ ਵਿੱਚ ਬੰਦ ਰਹਿੰਦੀ ਹੈ। ਦੱਸੋ ਉਹ ਕਿਹੜੀ ਬੇਰੁਜ਼ਗਾਰੀ ਦੇ ਸ਼ਿਕਾਰ ਹਨ? ਪਤਾ ਹੈ ਕਿ ਜਿਹੜੀ ਫੈਕਟਰੀ ਹੈਗੀ ਹੈ ਆਈਸਕ੍ਰੀਮ ਦੀ ਉਹ ਸਰਦੀਆਂ 'ਚ ਬੰਦ ਹੋਊਗੀ, ਤਾਂ ਇਹ ਕਿਹੜੀ ਬੇਰੁਜ਼ਗਾਰੀ ਹੋਗੀ? ਇਹ ਮੌਸਮੀ ਬੇਰੁਜ਼ਗਾਰੀ ਹੋ ਗਈ, ਕਿਉਂਕਿ ਮੌਸਮ ਅਨੁਸਾਰ ਵਿਅਕਤੀ ਬੇਰੁਜ਼ਗਾਰ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਮੌਸਮੀ ਬੇਰੁਜ਼ਗਾਰੀ। 18 ਨੰਬਰ 'ਤੇ ਸਾਡੇ ਕੋਲ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਬੇਰੁਜ਼ਗਾਰੀ ਦਾ ਪ੍ਰਭਾਵ ਨਹੀਂ ਹੈ? ਗਰੀਬੀ ਵਿੱਚ ਵਾਧਾ ਹੋਊਗਾ, ਯੁਵਕਾਂ ਵਿੱਚ ਨਿਰਾਸ਼ਾ ਦੀ ਭਾਵਨਾ ਵੀ ਹੋਊਗੀ, ਯੁਵਕਾਂ ਦੇ ਸਿਹਤ ਪੱਧਰ ਵਿੱਚ ਗਿਰਾਵਟ ਹੋਊਗੀ, ਰਾਸ਼ਟਰੀ ਆਮਦਨ ਵਿੱਚ ਵਾਧਾ, ਇਹ ਇਹਦਾ ਪ੍ਰਭਾਵ ਨਹੀਂ ਹੈ। ਰਾਸ਼ਟਰੀ ਆਮਦਨ ਨਹੀਂ ਵੱਧਦੀ ਜੇ ਕੋਈ ਬੇਰੁਜ਼ਗਾਰ ਹੁੰਦਾ ਹੈ। ਫਿਰ ਉਸ ਤੋਂ ਬਾਅਦ ਉਹ ਸਥਿਤੀ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ ਨੂੰ ਕੀ ਕਹਿੰਦੇ ਨੇ? ਤਾਂ ਉਸ ਨੂੰ ਅਸੀਂ ਬੇਰੁਜ਼ਗਾਰੀ ਕਹਿੰਦੇ ਹਾਂ। ਜਦੋਂ ਸਾਨੂੰ ਆਪਣੀ ਇੱਛਾ ਮੁਤਾਬਕ ਕੰਮ ਨਹੀਂ ਮਿਲਦਾ, ਤਨਖਾਹ ਨਹੀਂ ਮਿਲਦੀ, ਤਾਂ ਉਸ ਨੂੰ ਅਸੀਂ ਬੇਰੁਜ਼ਗਾਰੀ ਕਹਿੰਦੇ ਹਾਂ। 20 ਨੰਬਰ 'ਤੇ ਰਾਮ ਪ੍ਰਸਾਦ ਦੀ ਉਮਰ 40 ਸਾਲ ਹੈ, ਉਹ ਬੈਂਕ ਵਿੱਚ ਨੌਕਰੀ ਕਰਦਾ ਹੈ। ਕਾਰਜਸ਼ੀਲਤਾ ਦੇ ਆਧਾਰ 'ਤੇ ਉਸਨੂੰ ਕਿਹੜੇ ਵਰਗ ਵਿੱਚ ਰੱਖਾਂਗੇ? ਕਿਰਤੀ ਵਰਗ, ਨਿਰਭਰ ਵਰਗ, ਬੇਰੁਜ਼ਗਾਰ ਵਰਗ, ਇਹਨਾਂ ਵਿੱਚੋਂ
ਕਿਰਤੀ ਵਰਗ ਦੇ ਵਿੱਚ ਆਉਂਦੇ, ਕੋਈ ਨਾ ਕੋਈ ਉਹ ਕਿਰਤ ਕਰ ਰਿਹਾ ਹੈ। ਫਿਰ ਹੈਗਾ ਸਾਡੇ ਕੋਲ, ਜਦੋਂ ਚੰਦਰਗੁਪਤ ਮੌਰੀਆ ਨੇ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਵੱਲ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂ ਕੁਸ਼ ਦੇ ਪਹਾੜਾਂ ਤੱਕ ਪਹੁੰਚਾ ਦਿੱਤਾ, ਉਸ ਸਮੇਂ ਤਕਸ਼ਿਲਾ ਕਿਸ ਦਾ ਹਿੱਸਾ ਬਣ ਗਈ? ਉਸ ਸਮੇਂ ਜਿਹੜੀ ਤਕਸ਼ਿਲਾ ਸੀ ਉਹ ਪੰਜਾਬ ਦਾ ਹਿੱਸਾ ਬਣ ਗਈ ਸੀ। ਫਿਰ 22 ਨੰਬਰ, 1 ਨਵੰਬਰ 1966 ਨੂੰ ਪੰਜਾਬ ਦੀ ਵੰਡ ਕਰਕੇ ਭਾਸ਼ਾ ਦੇ ਆਧਾਰ 'ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਇੱਕ ਨਵਾਂ ਰਾਜ ਬਣਾਇਆ ਗਿਆ। ਉਸ ਰਾਜ ਦਾ ਨਾਂ ਦੱਸੋ? ਉਸ ਰਾਜ ਦਾ ਨਾਂ ਸੀਗਾ ਹਰਿਆਣਾ। ਤਾਂ ਹੀ ਅਸੀਂ ਕਿਆ ਕਰਦੇ ਹਾਂ ਪੰਜਾਬ ਡੇ ਜਾਂ ਹਰਿਆਣਾ ਡੇ 1 ਨਵੰਬਰ ਨੂੰ। ਫਿਰ ਸਾਡੇ ਕੋਲ ਹੈ 23 ਨੰਬਰ, ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ? ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਹੈ ਪ੍ਰਸ਼ਨ। ਤਾਂ ਇਹ ਚੂੜਖਾਨੇ ਦੇ ਵਿੱਚ ਘਟੀ ਸੀਗੀ ਇਹ ਘਟਨਾ। ਫਿਰ 24 ਨੰਬਰ, ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ, ਉਹਨਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਉਹਨਾਂ ਨੂੰ ਭਾਈ ਲਹਿਣਾ ਜੀ ਕਿਹਾ ਜਾਂਦਾ ਸੀਗਾ ਉਸ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਅੰਗ ਦੱਸਦੇ ਹੋਏ ਅੰਗਦ ਦੇਵ ਜੀ ਕਿਹਾ। ਫਿਰ ਸਾਡੇ ਕੋਲ ਹੈ ਅਗਲਾ ਪ੍ਰਸ਼ਨ, ਉਹ ਕਿਹੜੀ ਲਿਪੀ ਸੀ ਜਿਸ ਦਾ ਜਨਮ ਭਾਵੇਂ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋ ਚੁੱਕਿਆ ਸੀ, ਪਰੰਤੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਲਿਪੀ ਨੂੰ ਮਿਆਰੀ ਰੂਪ ਪ੍ਰਦਾਨ ਕੀਤਾ? ਤਾਂ ਉਹ ਸੀਗੀ ਗੁਰਮੁਖੀ ਲਿਪੀ। ਲੰਗਰ ਪ੍ਰਥਾ ਦਾ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਗੁਰੂ ਅੰਗਦ ਦੇਵ ਜੀ ਨੇ ਇਸ ਸਮੇਂ ਪ੍ਰਥਾ ਇੱਕ ਮਹੱਤਵਪੂਰਨ ਸੰਸਥਾ ਬਣ ਗਈ ਸੀ ਅਤੇ ਅੰਗਦ ਦੇਵ ਜੀ ਸਮੇਂ ਲੰਗਰ ਦੀ ਦੇਖ ਰੇਖ ਕੌਣ ਕਰਦਾ ਸੀ? ਤਾਂ ਉਹ ਬੀਬੀ ਖੀਵੀ ਜੀ ਕਰਦੇ ਸੀ। ਖੁਸਰੋ ਨੇ ਰਾਜਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਪਿੱਛੇ ਕਿਹੜੀ ਸੈਨਾ ਭੇਜੀ ਸੀ? ਤਾਂ ਉਹ ਸੀ ਅਫਗਾਨੀ ਸੈਨਾ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਸਿੱਖ ਧਰਮ ਬਹੁਤ ਫੈਲ ਚੁੱਕਿਆ ਸੀ। ਸਿੱਖ ਗੁਰੂਆਂ ਨੇ ਕਾਫੀ ਮਾਤਰਾ ਵਿੱਚ ਬਾਣੀ ਦੀ ਰਚਨਾ ਕਰ ਲਈ ਸੀ। ਦੱਸੋ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਸੀ? ਤਾਂ ਉਹਨਾਂ ਨੇ ਰਚਨਾ ਕੀਤੀ ਸੀ 2218 ਸ਼ਬਦਾਂ ਦੀ। ਫਿਰ ਹੈਗਾ, ਫਰਾਂਸ ਵਿੱਚ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਕੀ ਮੰਨਦਾ ਸੀ? ਤਾਂ ਰਾਜਾ ਆਪਣੇ ਆਪ ਨੂੰ ਰਾਜਤੰਤਰ ਦੇ ਹਿਸਾਬ ਨਾਲ ਉਹ ਆਪਣੇ ਆਪ ਨੂੰ ਰੱਬ ਮੰਨਦਾ ਸੀ। ਫਿਰ ਹੈਗੇ 30 ਨੰਬਰ 'ਤੇ, ਫਰਾਂਸੀਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ। ਇਸ ਕ੍ਰਾਂਤੀ ਨੇ ਇਤਿਹਾਸ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਇਹ ਦੱਸੋ ਕਿ ਇਹ ਕ੍ਰਾਂਤੀ ਕਦੋਂ ਹੋਈ ਸੀ? ਤਾਂ ਇਹ ਕ੍ਰਾਂਤੀ 1779 ਦੇ ਵਿੱਚ ਹੋਈ ਸੀ। ਸੋਸ਼ਲ ਕੰਟਰੈਕਟ ਪੁਸਤਕ ਦਾ ਲੇਖਕ ਕੌਣ ਹੈ? ਇਸ ਪੁਸਤਕ ਦਾ ਲੇਖਕ ਰੂਸੋ ਹੈ। ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਦੇ 193 ਮੈਂਬਰ ਨੇ। ਦੱਸੋ ਵੀ ਮਤਲਬ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦੇ ਨੇ ਸਮੱਸਿਆਵਾਂ ਦੇ ਵਿੱਚ। ਤਾਂ ਇਸ ਸੰਸਥਾ ਦਾ ਨਾਂ ਦੱਸੋ? ਇਸ ਸੰਸਥਾ ਦਾ ਨਾਂ ਹੈ ਜੀ ਸੰਯੁਕਤ ਰਾਸ਼ਟਰ ਸੰਘ, ਜਿਸ ਨੂੰ ਅਸੀਂ ਕਹਿੰਦੇ ਹਾਂ UNO, ਸੰਯੁਕਤ ਰਾਸ਼ਟਰ ਸੰਘ। ਫਿਰ ਹੈਗਾ 33 ਨੰਬਰ 'ਤੇ ਸਾਡੇ ਕੋਲ, ਅਫਰੀਕਾ ਮਹਾਂਦੀਪ ਨੇ 1957 ਵਿੱਚ ਸਭ ਤੋਂ ਪਹਿਲੇ ਅਫਰੀਕੀ ਦੇਸ਼ ਵਜੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਹੋਰ ਦੇਸ਼ਾਂ ਨੂੰ ਪ੍ਰੇਰਿਤ ਕੀਤਾ। ਇਸ ਦੇਸ਼ ਦਾ ਨਾਂ ਦੱਸੋ? ਤਾਂ ਉਸ ਦੇਸ਼ ਦਾ ਨਾਂ ਹੈਗਾ ਘਾਨਾ। ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰ ਦੇ ਰਾਹ ਵਿੱਚ ਰੁਕਾਵਟ ਨਹੀਂ ਹੈ? ਗਰੀਬੀ ਬਿਲਕੁਲ ਰੁਕਾਵਟ ਪਾਉਂਦੀ ਹੈ ਲੋਕਤੰਤਰ 'ਚ, ਅਨਪੜ੍ਹਤਾ ਵੀ ਪਾਉਂਦੀ ਹੈ, ਖੇਤਰਵਾਦ ਵੀ ਪਾਉਂਦਾ ਹੈ ਅਤੇ ਕੁਦਰਤੀ ਆਫਤਾਂ ਲੋਕਤੰਤਰ 'ਚ ਕੋਈ ਰੁਕਾਵਟ ਨਹੀਂ ਪਾਉਂਦੀ, ਪਰੰਤੂ ਦੇਸ਼ ਦੇ ਵਿਕਾਸ ਦੇ ਵਿੱਚ ਰੁਕਾਵਟ ਪਾ ਸਕਦੀ ਹੈ। ਤਾਂ ਇਹਦਾ ਆਨਸਰ ਹੋ ਗਿਆ ਕੁਦਰਤੀ ਆਫਤ। ਉਸ ਤੋਂ ਬਾਅਦ ਸਾਡੇ ਕੋਲ 35 ਨੰਬਰ ਪ੍ਰਸ਼ਨ ਹੈ, ਸਾਡੇ ਗੁਆਂਢੀ ਦੇਸ਼ ਚੀਨ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ ਨੇ। ਕਿਉਂਕਿ ਇੱਥੇ ਇੱਕ ਦਲ ਪ੍ਰਣਾਲੀ ਹੈ ਤਾਂ ਲੋਕਾਂ ਨੂੰ ਉਸ ਨੂੰ ਵੋਟ ਪਾਉਣ ਦੇ ਲਈ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੁੰਦਾ। ਕੀ ਤੁਸੀਂ ਚੀਨ ਦੇ ਇਕਲੌਤੇ ਰਾਜਨੀਤਿਕ ਦਲ ਦਾ ਨਾਮ ਦੱਸ ਸਕਦੇ ਹੋ? ਤਾਂ ਉਸ ਦਾ ਨਾਮ ਹੈਗਾ ਕਮਿਊਨਿਸਟ ਪਾਰਟੀ। 36 ਨੰਬਰ 'ਤੇ, ਮੋਹਨ ਹਮੇਸ਼ਾ ਆਪਣੀ ਜਾਤੀ ਦੇ ਵਿਅਕਤੀ ਨੂੰ ਹੀ ਵੋਟ ਪਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਇਸ ਨਾਲ ਉਸ ਦਾ ਫਾਇਦਾ ਹੋਵੇਗਾ। ਦੱਸੋ ਕਿਸ ਪ੍ਰਕਾਰ ਦੀ ਭਾਵਨਾ ਕਹਿੰਦੇ ਨੇ, ਕਿਸ ਪ੍ਰਕਾਰ ਦੀ ਭਾਵਨਾ ਇਹ? ਤਾਂ ਇਹ ਹੈਗੀ ਹੈ ਜਾਤੀਵਾਦੀ ਭਾਵਨਾ। ਜਾਤੀਵਾਦ ਇਸ ਨਾਲ ਫੈਲਦਾ ਹੈ।
ਜਦੋਂ ਉਹ ਆਪਣੀ ਜਾਤ ਦੇ ਵਿਅਕਤੀ ਨੂੰ ਵੋਟ ਪਾਉਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ? ਪੜ੍ਹੇ ਲਿਖੇ ਨਾਗਰਿਕ ਜ਼ਰੂਰੀ ਨੇ, ਚੇਤੰਨ ਨਾਗਰਿਕ ਜ਼ਰੂਰੀ ਨੇ, ਸਮਾਜਿਕ ਸਮਾਨਤਾ ਵੀ ਜ਼ਰੂਰੀ ਹੈ। ਤੇ ਇਸ ਕਰਕੇ ਇਹਦਾ ਸਹੀ ਆਨਸਰ ਹੈਗਾ ਉਪਰੋਕਤ ਸਾਰੇ। ਫਿਰ ਅਗਲਾ ਪ੍ਰਸ਼ਨ ਸਾਡੇ ਕੋਲ 38 ਨੰਬਰ। ਲੋਕਤੰਤਰੀ ਰਾਜ ਵਿੱਚ ਦਾ ਸ਼ਾਸਨ ਹੁੰਦਾ ਹੈ ਕਾਨੂੰਨ ਦਾ ਸ਼ਾਸਨ। ਕਾਨੂੰਨ ਦਾ ਸ਼ਾਸਨ ਹੁੰਦਾ ਜਿਹੜਾ, ਉਸਨੂੰ ਅਸੀਂ ਕਾਨੂੰਨ ਸਾਰਿਆਂ ਨੂੰ ਸਮਾਨ ਸਮਝਦਾ ਹੈ, ਚਾਹੇ ਉਹ ਕੋਈ PM ਹੋਵੇ, CM ਹੋਵੇ ਜਾਂ ਕੋਈ ਵੀ ਹੋਵੇ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਸਭ ਨੂੰ ਜਿਹੜਾ ਕਾਨੂੰਨ ਹੈ ਉਹ ਸਮਾਨ ਸਮਝਦਾ ਹੈ। ਇਸ ਨੂੰ ਅਸੀਂ ਲੋਕਤੰਤਰੀ ਰਾਜ ਕਹਿੰਦੇ ਹਾਂ। ਤਾਂ ਲੋਕਤੰਤਰ ਦੇ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਦੇਸ਼ਾਂ ਵਿੱਚ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਹੈ। ਇਸ ਦਾ ਮੁੱਖ ਕਾਰਨ ਕੀ ਹੈ? ਇਸ ਦੇ ਲਗਭਗ ਸਾਰੇ ਕਾਰਨ ਹੋ ਸਕਦੇ ਨੇ, ਪਰੰਤੂ ਜ਼ਿਆਦਾਤਰ ਜਿਹੜਾ ਸਹੀ ਹੈ ਉਹ ਇਹ ਹੈ, ਵੱਧਦੀ ਹੋਈ ਆਬਾਦੀ। ਜ਼ਿਆਦਾ ਆਬਾਦੀ ਦੇ ਕਾਰਨ ਅਸੀਂ ਪ੍ਰਤੱਖ ਲੋਕਤੰਤਰ ਨੂੰ ਸੰਭਵ ਨਹੀਂ ਬਣਾ ਸਕਦੇ। 40 ਨੰਬਰ ਦੇ ਅਨੁਸਾਰ ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ। ਤਾਂ ਇਹ ਪ੍ਰਸ਼ਨ ਦਾ ਜਿਹੜਾ ਆਨਸਰ ਸਹੀ ਹੈ ਸੀਲੇ। ਤਾਂ ਇਹ ਹੋ ਗਿਆ ਸਾਡਾ ਅੱਜ ਦਾ ਜਿਹੜਾ ਪੇਪਰ। ਤੇ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਲਾਈਕ ਤੇ ਸ਼ੇਅਰ ਵੀ ਕਰ ਦਿਓ। ਥੈਂਕ ਯੂ ਵੈਰੀ ਮੱਚ।